ਵੈਲਕਮ ਇਨਸਾਈਡ ਦ ਸ਼ਿਪ। ਜ਼ਿੰਦਗੀ 'ਚ ਮੇਰਾ ਡ੍ਰੀਮ ਹੈ ਕਿ ਮੈਂ ਆਪਣੀ ਵਾਈਫ ਦੇ ਨਾਲ ਸ਼ਿਪ ਤੇ ਵਰਲਡ ਟਰੈਵਲ ਕਰਾਂ। ਢੇਰੋ ਢੇਰ ਇੰਜਨ ਨੇ, ਬੜੀ ਵੱਡੀ ਬਲਾ, ਇਹਨੂੰ ਚਲਾਉਣਾ ਵੀ ਤੇ ਹੈ ਨਾ। ਹੁਣ ਕੁਝ ਖਾਣ ਦਾ ਕੋਈ ਲੱਭੀਏ ਨਿਜ਼ਾਮ। ਮੇਰੇ ਸੱਜੇ ਪਾਸੇ ਤੁਸੀਂ ਲਾਈਨ ਵੇਖ ਰਹੇ ਹੋ, ਇਸ ਰੈਸਟੋਰੈਂਟ ਦੀ ਲਾਈਨ ਲੱਗੀ ਹੈ ਸਾਰੀ। ਇਹ ਹੈ ਨਾ, ਇਹ ਬੁਲੇ ਹੈ, ਇਹ ਬਹੁਤ ਮਜ਼ੇਦਾਰ ਹੈ ਨਮਕੀਨ। ਇਹਨੇ ਆਪਣੀਆਂ ਸਹੇਲੀਆਂ ਵਾਸਤੇ ਤੇ ਆਪਣੇ ਵਰਕਮੇਟ ਵਾਸਤੇ ਖਰੀਦਣੀਆਂ ਨੇ, ਤੇ ਮੈਂ ਇੱਕੋ ਹੀ ਬੰਦੇ ਵਾਸਤੇ ਯਾਮਾਜ਼ਾਕੀ ਸਾਹਿਬ, ਕਿਉਂਕਿ ਜਾਪਾਨ 'ਚ ਮੇਰਾ ਹੋਰ ਕੋਈ ਨਹੀਂ ਹੈ। ਇਹ ਅੱਗ ਦੇ ਨਾਲ ਕੋ ਗਰਮ ਕਰ ਰਹੇ ਨੇ ਸ਼ਕਰਕੰਦੀ ਨੂੰ, ਤੇ ਸਾਸੂ ਮਾਲ ਜਾ ਕੇ ਖਾਂਦੇ ਆ। ਉਹ ਨਹੀਂ ਖਾਂਦੇ ਇਹਨਾਂ ਚੀਜ਼ਾਂ ਨੂੰ, ਉਹਨਾਂ ਨੂੰ ਭੁੱਖ ਹੀ ਨਹੀਂ ਲੱਗਦੀ। ਹੁਣ ਇਸ ਸਟੋਰ ਤੇ ਮੇਰੀ ਬੀਵੀ ਨੇ 10 ਸਾਲ ਕੰਮ ਕੀਤਾ, ਖਿਆਲਾਂ ਦੇ ਵਿੱਚ ਉਸ ਜਗ੍ਹਾ ਤੇ ਹੁੰਦਾ ਸਾਂ ਕਦੀ ਮੈਂ ਵੀ ਇੱਥੇ ਜਾਵਾਂਗਾ, ਕਦੀ ਮੈਂ ਵੀ ਜਾਪਾਨ ਜਾਵਾਂਗਾ। ਸੋ ਦੋਸਤੋ, ਇਹ ਉਹ ਪਹਿਲੀ ਜਗ੍ਹਾ ਹੈ, ਇਹ ਮੇਰੀ ਬੇਗਮ ਦਾ ਸ਼ਹਿਰ ਹੈ ਆਓਮੋਰੀ। ਇੱਥੇ ਆਉਣ ਤੋਂ ਬਾਅਦ ਪਹਿਲੀ ਇਸ ਜਗ੍ਹਾ ਤੇ ਅਸੀਂ ਆਏ ਸਾਂ, ਔਰ ਇਹ ਬਿਲਡਿੰਗ ਸੀ ਖਾਸ ਜਿਹੜੀ ਨਾ ਅਸਪਮ ਇਹਦਾ ਨਾਂ ਹੈ। ਇਹਦੇ ਬਾਰੇ 'ਚ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਣਾ ਵਾ। ਬਹੁਤ ਇਹਦੇ ਉੱਤੇ ਉਹ ਨਾ ਟੌਪ ਦੇ ਉੱਤੇ ਇੱਥੇ ਇੱਕ ਰੈਸਟੋਰੈਂਟ ਨੇ ਜਿਹੜੇ ਇੰਜਨ ਘੁੰਮਦੇ ਨੇ, ਪੂਰਾ ਤੁਹਾਨੂੰ ਨਜ਼ਾਰਾ ਨਜ਼ਰ ਆਉਂਦਾ। ਤੇ ਇਹ ਵੇਖੋ ਕਿੰਨਾ ਕਲੀਅਰ ਸਮੁੰਦਰ ਹੈ, ਸਾਫ਼ ਸਮੁੰਦਰ। ਅਸੀਂ ਜਾ ਰਹੇ ਹਾਂ, ਉਹ ਪਿੱਛੇ ਇੱਕ ਸ਼ਿਪ ਹੈ। ਮੈਂ ਸਮਝਦਾ ਪੈਸਾ ਕਿ ਕੋਈ ਮੁਸਾਫਰਾਂ ਦਾ ਸ਼ਿਪ ਹੈ ਨਾ, ਲੇਕਿਨ ਇੱਥੇ ਇਹਨਾਂ ਨੇ ਇਸ ਸ਼ਿਪ ਦੇ ਅੰਦਰ ਮਿਊਜ਼ੀਅਮ ਬਣਾ ਦਿੱਤਾ ਹੈ। ਇਹ ਸ਼ਿਪ ਜਿਹੜਾ ਇਹ ਪੱਕਾ ਇੱਥੇ ਇਹਨਾਂ ਨੇ ਫਿਕਸ ਕਰ ਦਿੱਤਾ। ਇਹਦੇ ਅੰਦਰ ਅਸੀਂ ਜਾਵਾਂਗੇ ਤੇ ਇਹਦੇ ਅੰਦਰ ਵੇਖਦੇ ਹਾਂ ਕੀ ਨਿਜ਼ਾਮ ਹੈ। ਵਾਓ ਮਿਚਕਿਰੇ, ਬਹੁਤ ਖੂਬਸੂਰਤ। ਇਹ ਲੱਗਦਾ ਮੈਨੂੰ ਦੂਜੇ ਮੋਬਾਈਲ ਨਾਲ ਜ਼ੂਮ ਕਰਕੇ ਵੀਡੀਓ ਬਣਾਉਣੀ ਪੈਣੀ ਹੈ। ਲੋ ਜੀ, ਵੈਲਕਮ ਇਨਸਾਈਡ ਦ ਸ਼ਿਪ। ਲੋ ਜੀ, ਸ਼ਿਪ 'ਚ ਐਂਟਰ ਹੋ ਗਏ ਹਾਂ ਅਸੀਂ। ਇੱਥੇ ਸਾਰੇ ਬੰਦੇ ਮੈਨੂੰ ਵੇਖ ਰਹੇ ਨੇ, ਮੈਂ ਕੋਈ ਅਜੂਬਾ ਲੱਗਦਾ ਇੱਥੇ। ਪੁਰਾਣੇ ਵਕਤਾਂ ਦੇ ਵਿੱਚ ਨਾ ਇੱਥੇ ਸੇਬ ਇਸ ਤਰ੍ਹਾਂ ਵੇਚਦੇ ਸਨ ਸ਼ਿਪ ਦੇ ਅੰਦਰ ਨਾ। ਇਹ ਕੱਪੜੇ ਵੇਚਦੇ ਸਨ ਇਸ ਤਰ੍ਹਾਂ, ਪੁਰਾਣੇ ਕੱਪੜੇ ਔਰ ਲਵਾਜ਼ਮਾਤ ਇਹਨਾਂ ਦੇ ਜਾਪਾਨੀ ਸਟਾਈਲ ਦੇ। ਔਰ ਹੁਣ ਤੁਹਾਨੂੰ ਸ਼ਾਸ਼ਿਨ ਨਾ, ਇਹ ਰੀਅਲ ਸਟੋਰ ਇਸ ਤਰ੍ਹਾਂ ਦਾ ਸੀ, ਹੁੰਦਾ ਸੀ। ਕੁਚੀ ਮੋ ਰੁਪਏ it's like a small city inside the ship. He's selling what? ਇਹ ਮੇਰੀ ਫੇਵਰਟ ਹੈ, ਯਾਕੀ ਇਮੋ। ਇਹਨੂੰ ਜਾਪਾਨੀਜ਼ 'ਚ ਕਹਿੰਦੇ ਨੇ ਸਾਤਸੂਮਾਈਮੋ ਸਵੀਟ ਪੋਟੈਟੋ। ਤੇ ਇਹ ਜਦੋਂ ਇਹਨੂੰ ਲੱਕੜੀਆਂ ਦੇ ਉੱਤੇ ਇਹਨੂੰ ਯਾਨੀ ਕਿ ਇਹਨੂੰ ਕਹਿੰਦੇ ਨੇ ਯਾਰ ਬੋਇਲ ਕਰੀਦਾ, ਭੁੰਨੀਦਾ, ਇਹ ਬਣ ਜਾਂਦੀ ਹੈ ਯਾਕੀ ਇਮੋ। ਇਸ ਦੁਕਾਨ 'ਤੇ ਅਜੇ ਅਸੀਂ ਜਾਣਾ। ਮੇਰੀ ਬੇਗਮ ਦੀ ਇੱਕ ਸਹੇਲੀ ਹੈ, ਉਹਦੀ ਇਹ ਦੁਕਾਨ ਹੈ, ਉੱਥੇ ਜਾਣਾ ਅਸੀਂ। ਇੱਕੋ ਇਸ ਤਰ੍ਹਾਂ ਅੰਡੇ ਯਾਨੀ ਕਿ ਸੇਵ ਰੱਖਦੇ ਸਨ ਤਾਂ ਕਿ ਅੰਡੇ ਟੁੱਟਣ ਨਾ। ਔਰ ਇਹ ਅੰਡੇ ਵੇਚਣ ਵਾਲੀ ਦੁਕਾਨ ਹੁੰਦੀ ਸੀ। ਮੱਛੀਆਂ ਇਸ ਤਰ੍ਹਾਂ ਲੱਗੀਆਂ ਹੁੰਦੀਆਂ ਸਨ ਇੱਥੇ। ਕਿਆ ਬਾਤ, ਸਮੁੰਦਰੀ ਮੱਛੀਆਂ। ਉਹ ਵਾਹ, ਬਾਬਾ ਸਾਈਕਲ ਪੂਰੇ ਵਾਹ, ਪਾਕਿਸਤਾਨ ਮਿਰਚਾ ਯੂਮਿਨ ਜਿਤਿਨ ਸ਼ਾਹ। ਉਹ ਪਾਕਿਸਤਾਨ ਨੂੰ ਬੇਗਮ ਨੂੰ ਦੱਸ ਰਿਹਾ ਕਿ ਬੜੀ ਮਸ਼ਹੂਰ ਸਾਈਕਲ ਹੈ ਬਾਬਾ ਸਾਈਕਲ। ਕੋਈ ਨੇ ਸ਼ਿਪ ਦੇ ਉੱਤੇ ਵੀ ਇਹਨਾਂ ਨੇ ਛੋਟੀ ਚੀਜ਼ ਥੱਲੇ ਜ਼ਮੀਨ 'ਤੇ ਵੀ ਬਣਾਈ ਹੋਈ, ਇਸ਼ਾਰੇ ਬਣਾਏ ਨੇ, ਤੀਰ ਬਣਾਏ ਨੇ, ਤਾਂ ਕਿ ਕੋਈ ਬੰਦਾ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਾ ਪਵੇ, ਗਵਾਚੇ ਨਾ, ਆਪੇ ਨਿਕਲ ਜਾਵੇ। ਅੱਛਾ, ਇੱਕ ਹੋਰ ਬੜੀ ਦਿਲਚਸਪ ਚੀਜ਼ ਇਹ ਵੇਖੋ ਕਿ ਇਹਨਾਂ ਨੇ ਇਹ ਪਟਰੀ ਜਿਹੜੀ ਹੈ ਸ਼ਿਪ ਦੇ ਨਾਲ ਕੁਨੈਕਟ ਕੀਤੀ ਸੀ। ਮੈਂ ਬਾਹਰੋਂ ਵੇਖ ਕੇ ਹੈਰਾਨ ਹੋਇਆ ਕਿ ਸ਼ਿਪ ਦੇ ਨਾਲ ਪਟਰੀ ਦਾ ਕੀ ਕੰਮ ਨੇ। ਤੇ ਇਹ ਜਿਹੜਾ ਅਨਾਜ ਹੈ ਨਾ, ਇਹ ਅਨਾਜ ਨਾਲ ਲੱਦੇ ਹੋਏ ਪੂਰੇ ਡੱਬੇ ਇਹ ਸ਼ਿਪ ਦੇ ਅੰਦਰ ਯਾਨੀ ਕਿ ਖੜੇ ਕਰ ਦਿੰਦੇ ਸਨ। ਤੇ ਫਿਰ ਸ਼ਿਪ ਜਿੱਥੇ ਜਾ ਕੇ ਲੱਗਦਾ ਸੀ ਦੂਸਰੀ ਜਗ੍ਹਾ 'ਤੇ, ਦੂਸਰੇ ਸ਼ਹਿਰ 'ਚ, ਉੱਥੋਂ ਇਸੇ ਤਰ੍ਹਾਂ ਹੀ ਪਟਰੀ ਦੇ ਨਾਲ ਕੁਨੈਕਟ ਹੋ ਕੇ ਪੂਰਾ ਡੱਬਾ ਹੀ ਤੇ ਜ਼ਮੀਨ ਦੇ ਉੱਤੇ ਆ ਜਾਂਦਾ ਸੀ। ਤੇ ਇਹ ਸੀਟਾਂ ਨੇ ਇਸ ਤਰ੍ਹਾਂ ਨਾ, ਇੱਥੇ ਲੋਕ ਜਿਹੜੇ ਸਫ਼ਰ ਕਰਦੇ ਸਨ ਇੱਥੇ ਬਹਿੰਦੇ ਸਨ ਨਾ। ਇਹ ਬੜਾ ਲਗਜ਼ਰੀ ਇੱਕ ਸ਼ਿਪ ਹੁੰਦਾ ਸੀ। ਇਟ ਯੂਜ਼ਡ ਟੂ ਬੀ ਸੋ ਲਗਜ਼ਰੀ ਨੇ। ਇਹ ਵੇਖੋ ਇਸ ਤਰ੍ਹਾਂ ਲੋਕ ਇੰਜੋਏ ਕਰਦੇ ਸਨ। ਇਸ ਸ਼ਿਪ ਦਾ ਸਫ਼ਰ 1988 ਤੱਕ ਸੀ। ਹੁਣ ਇਹਦੇ ਤੋਂ ਅੱਧੇ ਲੋਕ ਹੁਣ ਦੁਨੀਆ 'ਤੇ ਹੀ ਨਹੀਂ ਹੋਣੇ, ਅਸੀਂ ਵੀ ਖ਼ਤਮ ਹੋ ਜਾਣਾ। ਸਾਡੀ ਵੀ ਕੋਈ ਨਿਸ਼ਾਨੀ ਦੁਨੀਆ 'ਤੇ ਰਹਿ ਜਾਏਗੀ। ਜ਼ਿੰਦਗੀ ਦੇ ਵਿੱਚ ਨਾ ਮੇਰਾ ਡਰੀਮ ਹੈ, ਸੋ ਇਟਸ ਮਾਈ ਡਰੀਮ ਟੂ ਟਰੈਵਲ ਵਰਲਡ ਟਰੈਵਲ ਬਾਈ ਸ਼ਿਪ ਟੂਗੈਦਰ ਵਿਦ ਯੂ। ਜ਼ਿੰਦਗੀ 'ਚ ਮੇਰਾ ਡਰੀਮ ਹੈ ਕਿ ਮੈਂ ਆਪਣੀ ਵਾਈਫ ਦੇ ਨਾਲ ਸ਼ਿਪ 'ਤੇ ਵਰਲਡ ਟਰੈਵਲ ਕਰਾਂ। ਲੇਕਿਨ ਉਹ ਮੁਮਕਿਨ ਉਦੋਂ ਹੀ ਹੋਏਗਾ ਕਿ ਅਗਰ ਮੇਰੇ ਕੋਲ ਜੈਪਨੀਜ਼ ਪਾਸਪੋਰਟ ਹੋਏਗਾ। ਤੇ ਕਿਉਂਕਿ ਪਾਕਿਸਤਾਨੀ ਪਾਸਪੋਰਟ ਦੇ ਉੱਤੇ ਮੈਂ ਉਸ ਸ਼ਿਪ 'ਤੇ ਟਰੈਵਲ ਹੀ ਨਹੀਂ ਕਰ ਸਕਦਾ। ਉਹ ਸ਼ਿਪ ਜਿਹੜਾ ਹੈ ਉਹ ਐਸਾ ਸ਼ਿਪ ਹੈ ਕਿ ਉਹ ਪੂਰੀ ਦੁਨੀਆ ਦੇ ਵਿੱਚ ਜਾਂਦਾ ਔਰ ਮੁਖਤਲਿਫ ਮੁਲਕਾਂ ਦੇ ਵਿੱਚ ਰੁਕਦਾ। ਜਿੱਥੇ ਉਹ ਰੁਕਦਾ ਉੱਥੇ ਤੁਸੀਂ ਸ਼ਿਪ 'ਚੋਂ ਬਾਹਰ ਨਿਕਲ ਕੇ ਮੁਲਕ ਘੁੰਮਦੇ ਹੋ, ਘੁੰਮ ਕੇ ਵਾਪਸ ਉਸ ਸ਼ਿਪ ਦੇ ਵਿੱਚ ਆ ਕੇ ਰਹਿੰਦੇ ਹੋ। ਯੂ ਨੋ ਦੈਟ ਇੰਟਰਸਟਿੰਗ ਥਿੰਗ ਆਫ ਦੈਟ ਸ਼ਿਪ ਇਜ਼
wherever the ship goes, every country they stop, and then you go in the country, see around, and then come back in your hotel. So it's like your home in the ship, but you visit all the countries. So if you don't have Japanese nationality, and as a Pakistani, I cannot travel because I always need a visa for different countries. ਅੱਜ ਦੀ ਡੇਟ 'ਚ ਮੈਂ ਪਤਾ ਕੀਤਾ ਉਸ ਸ਼ਿਪ ਦੇ ਵਿੱਚ ਨਾ ਜਿਹੜਾ ਵਰਲਡ ਟਰੈਵਲ ਸ਼ਿਪ ਦੇ ਹੁੰਦੇ ਨੇ ਬਹੁਤ ਲਗਜ਼ਰੀ ਸ਼ਿਪ ਨੇ। ਹੁਣ ਉਹਦਾ ਨਾਮ ਮੈਨੂੰ ਭੁੱਲ ਗਿਆ। ਅੱਜ ਦੀ ਡੇਟ 'ਚ ਨਾ ਮੇਰੇ ਹਾਲੇ ਕੋਈ ਪਾਕਿਸਤਾਨੀ ਨਾ ਕੋਈ 25 ਤੋਂ 30 ਲੱਖ ਰੁਪਏ ਹੈ। ਇੱਕ ਸੂਰਤ ਦੇ ਵਿੱਚ ਹੋ ਸਕਦਾ ਕਿ ਮੈਂ ਪੈਸੇ ਖਰਚਾਂ ਔਰ ਉਸ ਸ਼ਿਪ ਦੇ ਅੰਦਰ ਹੀ ਰਵਾਂ, ਜਿਹੜੇ ਮੁਲਕ 'ਚ ਸ਼ਿਪ ਖੜਾ ਹੋਵੇ ਮੈਂ ਬਾਹਰ ਜਾਵਾਂ ਹੀ ਨਾ, ਕਿਉਂਕਿ ਹਰ ਦਫਾ ਇਮੀਗ੍ਰੇਸ਼ਨ ਕਲੀਅਰ ਕਰਕੇ ਹੀ ਬਾਹਰ ਜਾਣਾ ਪਏਗਾ। ਇਹ ਵੀ ਇੱਕ ਦਫ਼ਤਰ ਹੈ ਤੇ ਬੰਦਾ ਬੈਠਿਆ ਕੰਮ ਕਰ ਰਿਹਾ ਕੈਪਟਨ। ਅਸਲੀ ਤਸਵੀਰਾਂ ਲੱਗੀਆਂ ਨੇ ਐਸੇ ਤਰ੍ਹਾਂ ਹੀ ਇੰਜ ਕਮਰਾ ਹੁੰਦਾ ਸੀ ਸ਼ਿਪ ਦੇ ਅੰਦਰ ਨਾ, ਉਹ ਟੈਲੀਫੋਨ ਵੀ ਲੱਗੇ ਹਨ, ਵਰਦੀਆਂ ਵੀ ਟੰਗੀਆਂ ਨੇ, ਸਾਰਾ ਜਿਹੜੇ ਨਾ ਚੀਜ਼ਾਂ ਇਹਨਾਂ ਨੇ ਉਸੇ ਤਰ੍ਹਾਂ ਹੀ ਐਜ਼ ਇਟ ਇਜ਼ ਰੱਖੀਆਂ ਹੋਈਆਂ ਨੇ। ਮੈਂ ਕਹਿੰਦਾ ਕਿ ਕੋਈ ਬੰਦਾ ਲੱਗਦਾ ਖਲੋਤੇ ਹੈ। ਅੱਛਾ ਜੀ, ਇੱਥੇ ਇੰਜ ਬੰਦਾ ਖਲੋਂਦਾ ਹੋਣਾ ਇੰਜ ਕਰਕੇ ਇਹ, ਔਰ ਇੰਜ ਉਹਨੂੰ ਪੂਰਾ ਸ਼ਿਪ ਨਜ਼ਰ ਆਉਂਦਾ ਇੱਥੋਂ ਨਾ, ਪੂਰੀ ਡਰਾਈਵਰੀ ਕਰਦਾ। ਕਿਆ ਬਾਤ ਹੈ, ਸ਼ਿਪ ਦਾ ਡਰਾਈਵਰ ਤੁਹਾਨੂੰ ਨੇ। ਲੋ ਦੋਸਤੋ ਜੀ, ਇਹ ਆ ਗਿਆ ਸ਼ਿਪ ਦਾ ਟੌਪ। ਇਮੈਜਿਨ ਕਰੋ ਕਿ ਇਹ ਸਭ ਲੋਹਾ ਹੈ ਔਰ ਕਿੰਨੇ ਜ਼ਿਆਦਾ ਮਜ਼ਬੂਤ ਰੱਸਿਆਂ ਦੇ ਨਾਲ ਇਹਨੂੰ ਬੰਨੇ ਹੈ। ਇੱਥੇ ਇਹਨੂੰ ਫਿਕਸ ਕਰ ਦਿੱਤਾ ਗਿਆ, ਇਹ ਹੁਣ ਹਮੇਸ਼ਾ ਵਾਸਤੇ ਇੱਥੇ ਹੀ ਰਹੇਗਾ। ਇੰਟਰਸਟਿੰਗ ਸੀ। ਹੁਣ ਸਾਨੂੰ ਭੁੱਖ ਲੱਗ ਗਈ, ਕੋਈ ਭੋਜਨ ਕਰ ਲਈਏ। ਜੱਗੋ ਹਾਂ ਇੱਕੋ ਕਾ ਹੁਣ ਅਸੀਂ ਕੋਈ ਆਜ਼ੇ ਮੁੰਮਾ ਤਾਂ ਨਹੀਂ, ਬੇਗਮ ਕਹਿ ਰਹੀ ਹਾਲੇ ਨਹੀਂ ਮੁੱਕਿਆ ਸ਼ਿਪ, ਹਾਲੇ ਥੋੜਾ ਜਿਹਾ ਰਹਿੰਦਾ। ਓਕੇ, ਉਹਨਾਂ ਕੁਛ ਦਿਖਦਾ ਨਹੀਂ। ਇਹ ਵੇਖੋ, ਇਹ ਰੇਲ ਦਾ ਡੱਬਾ ਹੈ ਇੱਕ ਨਾ, ਇਹ ਵੀ ਰੇਲ ਦਾ ਡੱਬਾ ਹੈ। ਇਹ ਸ਼ਿਪ ਦਾ ਬੇਸਮੈਂਟ ਸਮਝ ਲਓ। ਪੂਰੀ ਰੇਲ ਜਿਹੜੀ ਹੈ ਉਹ ਸ਼ਿਪ ਦੇ ਅੰਦਰ ਆ ਜਾਂਦੀ ਸੀ, ਥੱਲੇ ਬਕਾਇਦਾ ਲਾਈਨਾਂ ਬਣੀਆਂ ਨੇ। ਵਾਹ ਰੇ ਵਾਹ, ਕਮਾਲ ਨਹੀਂ ਹੋ ਗਈ, ਜ਼ਬਰਦਸਤ। ਇਨਸਾਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਯਾਰ ਪਿਛਲੇ ਸਾਲਾਂ 'ਚ ਨਾ। ਹੁਣ ਤਾਂ ਬਸ ਉਹਨੂੰ ਜਿੱਦਤ ਲੈ ਕੇ ਆ ਰਿਹਾ। ਮੇਰਾ ਵੀ ਇਹ ਮੰਨਣਾ ਕਿ ਤਰੱਕੀ ਇਨਸਾਨ ਆਲਰੇਡੀ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਿਆ ਸੀ ਉਦੋਂ, ਜਦੋਂ ਇਹਨੂੰ ਜਸਤਜੂ ਸੀ, ਜਦੋਂ ਉਹਨੂੰ ਜ਼ਰੂਰਤ ਸੀ ਬਹੁਤ ਜ਼ਿਆਦਾ। ਹੁਣ ਤਾਂ ਹਰ ਚੀਜ਼ ਪਰ ਜਿੱਦਤ ਆ ਰਹੀ ਹੈ, ਬਸ ਉਹਨੂੰ ਅੱਛੇ ਤੋਂ ਅੱਛਾ ਕਰੀ ਜਾ ਰਹੇ ਨੇ। ਇਹ ਬਹੁਤ ਜ਼ਿਆਦਾ ਹੈਵੀ ਹੁੰਦਾ, ਪੂਰਾ ਡੱਬਾ ਵੇਖੋ ਸਮੁੰਦਰ ਦੇ ਵਿੱਚ ਤੈਰਦਾ ਸੀ। ਕਿਆ ਬਾਤ ਹੈ। ਇਹਨਾਂ ਦਾ ਹੋਕਾਇਦੋ ਜਜ਼ੀਰਾ ਜਿਹੜਾ ਉਹ ਬਿਲਕੁਲ ਅਲੱਗ ਹੈ ਨਾ, ਸਮੁੰਦਰ ਕ੍ਰਾਸ ਕਰਕੇ ਜਾਣਾ ਪੈਂਦਾ। ਅਤੇ ਇਹਦੇ ਵਿੱਚ ਖਾਣ ਪੀਣ ਦਾ ਸਮਾਨ ਹੋ ਗਿਆ, ਲੈਟਰ ਵਗੈਰਾ ਖਾਸ ਤੌਰ 'ਤੇ ਨਾ ਉਹ ਇਸ ਡੱਬੇ ਦੇ ਉੱਤੇ ਭਰ ਕੇ ਜਾਂਦੇ ਸਨ ਦੂਸਰੇ ਜਜ਼ੀਰੇ 'ਤੇ। ਵੇਖ ਕੇ ਬੰਦਾ ਬਹੁਤ ਜ਼ਿਆਦਾ ਹੈਰਾਨ ਹੁੰਦਾ ਕਿ ਯਾਰ ਇੰਨਾ ਹੈਵੀ ਲੋਹਾ ਸਮੁੰਦਰ ਦੇ ਉੱਤੇ ਤੈਰਦਾ ਰਹਿੰਦਾ। ਪੁਰਾਣੇ ਪਾਕ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਹੈ ਕਿ ਇੰਨਾ ਵੱਡਾ ਜਹਾਜ਼ ਅੱਲਾ ਦੇ ਹੁਕਮ ਨਾਲ, ਮਤਲਬ ਹੈ ਕਿ ਕੁਦਰਤ ਦੇ ਨਾਲ ਸਮੁੰਦਰ ਦੇ ਉੱਤੇ ਤੈਰਦਾ ਰਹਿੰਦਾ। ਕਿਆ ਬਾਤ ਹੈ। ਅਗਰ ਅਸੀਂ ਚਾਹੀਏ ਤਾਂ ਇੱਕ ਸੂਈ ਵੀ ਜਿਹੜੀ ਹੈ ਉਹ ਸਮੁੰਦਰ ਦੇ ਵਿੱਚ ਡੁੱਬ ਜਾਂਦੀ ਹੈ, ਉਸ ਨੂੰ ਤੈਰਦੀ ਨਹੀਂ। ਔਰ ਇਹ ਜਹਾਜ਼ ਜਿਹੜਾ ਕਿ ਮਤਲਬ ਹੈ ਕਿ ਲੱਖਾਂ ਟਨਾਂ ਦੇ ਹਿਸਾਬ 'ਤੇ, ਅੱਜ ਦੀ ਦੁਨੀਆ ਦਾ ਜਿਹੜਾ ਜਹਾਜ਼ ਹੈ ਉਹ ਲੱਖਾਂ ਟਨਾਂ ਦੇ ਹਿਸਾਬ 'ਤੇ ਲੈ ਕੇ ਅਤੇ ਉਹ ਸਮੁੰਦਰ ਨੂੰ ਕ੍ਰਾਸ ਕਰਦਾ ਕਿੰਨੇ ਹਜ਼ਾਰ ਕਿਲੋਮੀਟਰ। ਲੇਕਿਨ ਇਹਦੇ ਪਿੱਛੇ ਸਾਇੰਸ ਹੈ। ਉਹ ਇਹ ਵੇ ਕਿ ਸਮੁੰਦਰ ਦਾ ਜਿਹੜਾ ਪਾਣੀ ਹੈ ਨਾ ਉਹ ਉਨਾ ਹੀ ਪ੍ਰੈਸ਼ਰ ਪੈਦਾ ਕਰਦਾ ਜਿੰਨੀ ਚੀਜ਼ ਵਜ਼ਨੀ ਹੁੰਦੀ ਹੈ। ਯਾਨੀ ਕਿ ਜਹਾਜ਼ ਜਿੰਨਾ ਹੈਵੀ ਹੋਏਗਾ ਨਾ, ਆਮ ਲਫ਼ਜ਼ਾਂ 'ਚ ਤੁਹਾਨੂੰ ਸਮਝਾ ਰਿਹਾ ਕਿ ਜਹਾਜ਼ ਸਮੁੰਦਰ ਦੇ ਉੱਤੇ ਤੈਰਦਾ ਕਿਵੇਂ ਲੱਖਾਂ ਟਨਾਂ ਦਾ। ਜਦੋਂ ਅਸੀਂ ਉਹਨੂੰ ਦਬਾਓ ਪਾਉਂਦਾ ਨਾ ਜਹਾਜ਼ ਉਸ ਪਾਣੀ ਦੇ ਉੱਤੇ, ਅਤੇ ਜਿਹੜਾ ਉਹਦੇ ਇਰਦ ਗਿਰਦ ਸਮੁੰਦਰ ਦਾ ਪਾਣੀ ਹੁੰਦਾ ਨਾ ਉਹ ਉਨੇ ਹੀ ਪ੍ਰੈਸ਼ਰ ਦੇ ਨਾਲ ਉਸ ਜਹਾਜ਼ ਨੂੰ ਬਾਹਰ ਨੂੰ ਕੱਢਣ ਦੀ ਕੋਸ਼ਿਸ਼ ਕਰਦਾ। ਤੁਸੀਂ ਬਚਪਨ ਦੇ ਵਿੱਚ ਜਦੋਂ ਨਹਾਉਂਦੇ ਹੋ, ਪਤਾ ਜੀ ਉਹ ਡੋਂਗਾ ਜਿਹੜਾ ਉਹ ਟੱਪ ਦੇ ਵਿੱਚ ਡੁਬੋਗੇ ਬੜਾ ਖੁਸ਼ ਹੁੰਦੇ ਹੋਵੋਗੇ ਕਿ ਡੋਂਗਾ ਡੁਬੋਇਆ ਟੱਪ ਦੇ ਵਿੱਚ ਅਤੇ ਉਹ ਬਾਰ ਉੱਤੇ ਆਉਂਦਾ ਨਾ, ਅਤੇ ਉਹ ਡੋਂਗਾ ਅੰਦਰੋਂ ਖਾਲੀ ਹੁੰਦਾ, ਇਹ ਜਹਾਜ਼ ਅੰਦਰੋਂ ਖਾਲੀ ਹੈ। ਅਤੇ ਜਿੰਨਾ ਜਹਾਜ਼ ਪਾਣੀ ਦੇ ਉੱਤੇ ਦਬਾਓ ਪਾਉਂਦੇ ਨਾ, ਉਨੇ ਹੀ ਪ੍ਰੈਸ਼ਰ ਦੇ ਨਾਲ ਜਿਹੜਾ ਪਾਣੀ ਹੈ ਇਰਦ ਗਿਰਦ ਵਾਲਾ ਉਸ ਜਹਾਜ਼ ਨੂੰ ਉੱਤੇ ਨੂੰ ਧਕੇਲਦਾ। ਇਹੀ ਵਜ੍ਹਾ ਕਿ ਜਹਾਜ਼ ਪਾਣੀ ਦੇ ਉੱਤੇ ਤੈਰਦਾ। ਉਹ ਹਲੇ ਦੀ ਇੱਕ ਲੇਅਰ ਹੋਰ ਹੈ, ਇਹ ਬੇਸਮੈਂਟ 1 ਸੀ ਅਤੇ ਇਹ ਬੇਸਮੈਂਟ 2, ਇੱਕ ਬੇਸਮੈਂਟ ਹੋਰ ਥੱਲੇ। ਇਹ ਜਹਾਜ਼ ਦਾ ਇੰਜਨ ਓਏ ਹੋਏ ਹੋਏ, ਇਹ ਇੰਜਨ ਤੇ ਜਹਾਜ਼ ਦਾ। ਇਹ ਪਤਾ ਜੇ ਇੱਕ ਇੰਜਨ ਗੱਡੀ ਦਾ ਹੁੰਦਾ ਹੈ, ਜੀ ਗੱਡੀ ਦੇ ਵਿੱਚ ਇਹੋ ਜਿਹਾ ਇੱਕ ਇੰਜਨ ਹੁੰਦਾ ਜਾਂ ਦੋ ਹੁੰਦੇ ਨੇ, ਦੋ ਵੇਖੇ ਨੇ ਕਿ ਇਸ ਪਾਸੇ ਇੱਕ ਦੂਜੇ ਪਾਸੇ ਨਾ। ਔਰ ਇਹ ਵੇਖੋ ਢੇਰੋਂ ਢੇਰ ਇੰਜਨ ਨੇ, ਬੜੀ ਵੱਡੀ ਬਲਾ, ਇਹਨੂੰ ਚਲਾਉਣਾ ਵੀ ਤਾਂ ਹੈ ਨਾ, ਜ਼ਬਰਦਸਤ। ਦਾਈ ਜੋ ਇੰਜਨ ਦੀ ਮੋਬਲੈਲ ਦੀ ਬੋ ਆ ਰਹੀ ਹੈ। ਸੁੱਕੋ ਹੈ।
ਲੋ ਜੀ ਇਹ ਕੰਟਰੋਲ ਰੂਮ ਹੈ। ਹੁਣ ਮੈਨੂੰ ਤਾਂ ਇੰਨਾ ਪਤਾ ਨਹੀਂ, ਜਿਹੜੇ ਬੰਦੇ ਜਹਾਜ਼ ਦੀ ਫੀਲਡ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਵਾਸਤੇ ਚੀਜ਼ ਕਾਫੀ ਇੰਟਰਸਟਿੰਗ ਹੋਏਗੀ ਮੇ ਬੀ। ਸੁਪਰਵਾਈਜ਼ਰੀ ਪੈਨਲ। ਸ਼ਿਪ ਦਾ ਸਫ਼ਰ ਹੋ ਗਿਆ ਖ਼ਤਮ। ਗੋਹਾਨ ਗੋਹਾਨ ਸੀਤਾ ਹੋ, ਭੁੱਖ ਲੱਗ ਗਈ ਹੈ ਹੁਣ ਕੁਝ ਖਾਣ ਦਾ ਕੋਈ ਲੱਭੀਏ ਨਿਜ਼ਾਮ। ਅੱਛਾ ਜੀ ਇਹ ਆ ਗਿਆ ਬਾਜ਼ਾਰ ਇੱਥੋਂ ਦਾ। ਇੱਥੇ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਦੋਨਾਂ ਦੁਕਾਨਾਂ ਨੇ। ਇਹ ਜਿਹੜੀ ਮੇਰੇ ਸੱਜੇ ਪਾਸੇ ਤੁਸੀਂ ਲਾਈਨ ਵੇਖ ਰਹੇ ਹੋ, ਇਸ ਰੈਸਟੋਰੈਂਟ ਦੀ ਲਾਈਨ ਲੱਗੀ ਹੈ ਸਾਰੀ। This restaurant is the one I was talking about. Oh. The same dish is sold in other restaurant as well. It's not even the special one. There because somebody ਵਾਇਰਲ ਨਾਤਾ ਨੇ। introduced it on their YouTube or blog. ਹਾਂ ਕਿੰਨਾ ਦਿਸ ਇਜ਼ ਅ ਪਾਵਰ ਆਫ ਇਨਫਲੂਐਂਸਰਸ। ਕਿੰਨਾ ਕਿਸੇ ਇਨਫਲੂਐਂਸਰ ਨੇ ਨਾ ਵੀਡੀਓ ਬਣਾਈ ਹੈ ਤੇ ਉਹ ਕਹਿ ਰਹੀ ਹੈ ਬੇਗਮ ਕਿ ਆਮ ਡਿਸ਼ਾਂ ਨੇ ਜਿਹੜੀਆਂ ਦੂਜੇ ਰੈਸਟੋਰੈਂਟ ਤੋਂ ਵੀ ਮਿਲਦੀਆਂ, ਲੇਕਿਨ ਇੱਥੇ ਅਜੀਬ ਹੀ ਰਸ਼ ਲੱਗ ਗਿਆ ਹੈ। ਅੱਛਾ ਇੱਥੇ ਚੌਂਕ ਦੇ ਵਿੱਚ ਨਾ ਸਾਰੇ ਇਸ਼ਾਰੇ ਇਕੱਠੇ ਖੁੱਲ੍ਹਦੇ ਨੇ, ਸਾਰੀਆਂ ਚਾਰੋਂ ਸਾਈਡ ਦੀਆਂ ਗੱਡੀਆਂ ਖਲੋ ਜਾਂਦੀਆਂ ਨੇ ਔਰ ਸਾਰੇ ਪਾਸਿਆਂ ਦੇ ਲੋਕ ਜਿਹੜੇ ਨੇ ਉਹ ਸੜਕ ਪਾਰ ਕਰਦੇ ਨੇ। ਇਹ ਸਾਰੀਆਂ ਇੱਥੇ ਦੁਕਾਨਾਂ ਨੇ। ਇੱਥੇ ਕੋਈ ਮੇਰੀ ਬੇਗਮ ਦੀ ਇਹਨਾਂ ਵਿੱਚੋਂ ਕੋਈ ਫੇਵਰਟ ਡਿਸ਼ ਹੋਣੀ ਹੈ। ਵਾਓ ਵਾਓ, ਇਹ ਪਿਓਰ ਜੈਪਨੀਜ਼ ਸਟਾਈਲ ਰੈਸਟੋਰੈਂਟ। ਸੋ ਦਿਸ ਕੱਲ ਆਪਣੀ ਸਹੇਲੀ ਨਾਲ ਇੱਥੇ ਬਹਿ ਕੇ 3-4 ਘੰਟੇ ਇੰਜੋਏ ਕਰ ਗਈ ਹੈ। ਅੱਜ ਫਿਰ ਆ ਕਿਉਂ ਨਾ ਕਾ ਤਬਰ ਕੋ ਤੁਹਾਰ ਚਿਕਾਓ ਚਿਕਾਓ ਮੈਨੂੰ ਆਲਸੋ। ਕੁਝ ਚੀਜ਼ਾਂ ਨੇ ਜਿਹੜੀਆਂ ਸਿਰਫ ਇੱਥੋਂ ਲੱਭਦੀਆਂ ਨੇ। ਕਹਿੰਦੀ ਜੋ ਕੱਲ ਖਾਧਾ ਉਹੀ ਮੈਂ ਅੱਜ ਖਾਵਾਂਗੀ ਆਪਣੀ ਸਹੇਲੀ ਦੇ ਨਾਲ, ਜਿਹੜਾ ਕੱਲ ਖਾਧਾ ਸੀ। ਮੈਨੂੰ ਹੀ ਕੁਝ ਨਾ ਕੁਝ ਇੱਥੋਂ ਲੱਭ ਜਾਣਾ, ਕੋਈ ਚਿਕਨ ਦੇ ਪਕੌੜੇ ਜਾਂ ਕੁਝ ਇੰਝ ਦੀ ਹੈ ਨਾ। ਇਹ ਵੇਖੋ ਇਹ ਪਿਓਰ ਜੈਪਨੀਜ਼ ਸਟਾਈਲ ਇਸ ਤਰ੍ਹਾਂ ਦਾ ਹੁੰਦਾ ਹੈ। ਫੈਮਲੀਜ਼ ਦੀ ਪ੍ਰਾਈਵੇਸੀ ਵਾਸਤੇ ਨਾ ਸਾਰੇ ਮਤਲਬ ਕਿ ਇੱਥੇ 4 ਬੰਦੇ ਬਹਿ ਸਕਦੇ ਨੇ, 2 ਇੱਥੇ ਬਹਿਣਗੇ ਔਰ 2 ਉੱਥੇ ਬਹਿਣਗੇ। ਇਸੇ ਤਰ੍ਹਾਂ ਹੀ ਵੱਡੇ ਕਮਰੇ ਵੀ ਹੈ ਨੇ ਕਈ ਜਗ੍ਹਾ 'ਤੇ। ਹੁਣ ਉਹ 6 ਬੰਦਿਆਂ ਦਾ ਕਮਰਾ ਹੈ। ਇਹ ਸਾਨੂੰ ਮਿਲਿਆ ਗਰਮ ਤੋਲੀਆ। QR ਕੋਡ ਹੈ, ਇੱਥੋਂ ਅਸੀਂ ਸਕੈਨ ਕਰਾਂਗੇ ਤੇ ਸਾਡੇ ਮੋਬਾਈਲ ਦੇ ਵਿੱਚ ਆਰਡਰ ਖੁੱਲ੍ਹ ਜਾਏਗਾ। ਟੇਬਲ 5 ਸਾਡਾ ਟੇਬਲ ਵੀ ਉੱਥੇ ਉਹਨਾਂ ਕੋਲ ਚਲਾ ਜਾਏਗਾ। ਈਜ਼ੀ ਮੋਲ, ਈਜ਼ੀ ਟ੍ਰਿਪ, ਈਜ਼ੀ ਫੂਡ, ਈਜ਼ੀ। Okay, I'll give you. You can turn on the internet. No? ਇਹ ਜਨਾਬ ਬੇਗਮ ਦੀ ਡਿਸ਼ ਆ ਗਈ ਹੈ। ਸਾਰੀਆਂ ਕੱਚੀਆਂ ਮੱਛੀਆਂ ਨੇ ਮੁਖਤਲਿਫ ਨਸਲ ਦੀਆਂ। ਇਹ ਨਾਲ ਕੋਈ ਸਮੁੰਦਰ ਦੇ ਕੋਈ ਸਲਾਦ ਹੈ, ਪਤਾ ਨਹੀਂ ਕੀ ਹੈ। ਇਹ ਨਾਲ ਮਿਸੋ ਸੂਪ ਹੈ। ਮੇਰਾ ਆਰਡਰ ਵੀ ਆ ਗਿਆ ਬਸ ਥੋੜੀ ਦੇਰ ਤੱਕ। ਚਿਕਨ ਦੇ ਪਕੌੜੇ। ਦੋਸਤੋ ਇਹ ਮੇਰਾ ਦੁਪਹਿਰ ਦਾ ਖਾਣਾ ਹੈ, ਚਿਕਨ ਤੇ ਪਕੌੜੇ। ਇਹ ਸਮੁੰਦਰ ਦੇ ਵਿੱਚ ਉੱਗਣ ਵਾਲੀ ਕੋਈ ਸਬਜ਼ੀ ਹੈ। ਕੁਰੇ ਸੀ ਇਹ ਸਬਜ਼ੀ ਕੋਈ ਹੈ ਦੁਨੀਆ 'ਤੇ ਉੱਗਦੀ ਹੈ। ਇਹ ਸੂਪ ਹੈ ਤੇ ਇਹਦੇ ਵਿੱਚ ਵੇਖੋ ਪੂਰਾ ਸੀ ਸ਼ੈਲ ਹੈ। ਇਹਦੇ ਅੰਦਰ ਜਿਹੜਾ ਉਹ ਸ਼ੈਲ ਹੈ ਨਾ ਉਹ ਵੀ ਵਿੱਚ ਮੌਜੂਦ ਹੈ। ਇਹ ਸਮੁੰਦਰੀ ਸ਼ੈਲ ਹੈ, ਇਹਦੇ ਅੰਦਰ ਵੇਖੋ ਮੌਜੂਦ ਹੈ। ਇਹ ਹੈ ਨਾ ਇਹ ਬੁਲੇ ਹੈ, ਇਹ ਬਹੁਤ ਮਜ਼ੇਦਾਰ ਹੈ, ਨਮਕੀਨ ਜਿਹਾ। ਪਹਿਲੇ ਅਸੀਂ ਓਸਾਕਾ ਤੋਂ ਚੀਜ਼ਾਂ ਖਰੀਦੀਆਂ ਸਨ ਆਓਮੋਰੀ ਦੇ ਲੋਕਾਂ ਵਾਸਤੇ। ਹੁਣ ਅਸੀਂ ਆਓਮੋਰੀ ਤੋਂ ਚੀਜ਼ਾਂ ਖਰੀਦਣੀਆਂ ਨੇ ਓਸਾਕਾ ਦੇ ਲੋਕਾਂ ਵਾਸਤੇ। ਇਹਨੇ ਆਪਣੀਆਂ ਸਹੇਲੀਆਂ ਵਾਸਤੇ ਤੇ ਆਪਣੇ ਵਰਕਮੇਟ ਵਾਸਤੇ ਖਰੀਦਣੀਆਂ ਨੇ ਤੇ ਮੈਂ ਇੱਕੋ ਹੀ ਬੰਦੇ ਵਾਸਤੇ ਯਾਮਾਜ਼ਾਕੀ ਸਾਨ, ਕਿਉਂਕਿ ਜਾਪਾਨ 'ਚ ਮੇਰਾ ਹੋਰ ਕੋਈ ਨਹੀਂ ਹੈ ਪਿਆਰਾ। ਯਾਮਾਜ਼ਾਕੀ ਸਾਨ ਵਾਸਤੇ ਮੈਂ ਸਪੈਸ਼ਲ ਆਓਮੋਰੀ ਦੀਆਂ ਸੁਗਾਤਾਂ ਲੈ ਕੇ ਜਾਵਾਂਗਾ ਉਹਨਾਂ ਦੀ ਪੂਰੀ ਫੈਮਿਲੀ ਵਾਸਤੇ। ਫਿਲਹਾਲ ਇਹ ਸਪੈਸ਼ਲ ਕਿਸਮ ਦੀ ਇੱਕ ਸਵੀਟ ਹੈ। ਆਓਮੋਰੀ ਸੇਬਾਂ ਤੋਂ ਮਸ਼ਹੂਰ ਹੈ ਨਾ ਇਹ ਸਵੀਟ ਹੈ। ਇੰਝ ਲੱਗਦਾ ਜਿਵੇਂ ਕਿ ਨਾ ਪੂਰਾ ਪੈਕ ਕੀਤੇ ਹੈ ਬੜੇ ਤਰੀਕੇ ਦੇ ਨਾਲ ਨਾ, ਪੂਰਾ ਬੰਡਲ ਬਣਾ ਕੇ। ਇਸ ਸਟੋਰ 'ਤੇ ਮੇਰੀ ਬੀਵੀ ਨੇ 10 ਸਾਲ ਕੰਮ ਕੀਤਾ। ਜਦੋਂ ਅਸੀਂ ਫ਼ੋਨ ਦੇ ਉੱਤੇ ਗੱਪਸ਼ਪ ਲਾਉਂਦੇ ਹੁੰਦੇ ਸਾਂ ਨਾ ਅਤੇ ਇਹ ਬ੍ਰੇਕ ਦੇ ਟਾਈਮ ਮੇਰੇ ਨਾਲ ਗੱਲ ਕਰਦੀ ਸੀ ਅੰਦਰ ਦਫ਼ਤਰ 'ਚ ਬਹਿ ਕੇ ਨਾ। ਹਰ ਬ੍ਰੇਕ ਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਮੇਰੇ ਨਾਲ ਗੱਲ ਕਰਕੇ ਗੁਜ਼ਾਰਦੀ ਸੀ। ਖਾਣਾ ਖਾਂਦੀ ਸੀ ਫਟਾਫਟ, ਫਿਰ ਮੇਰੇ ਨਾਲ ਗੱਲ ਕਰਦੀ ਸੀ। ਅਤੇ ਅੱਜ ਇੰਨੇ ਸਾਲਾਂ ਬਾਅਦ ਇੱਥੇ ਆਈ ਹੈ, ਆਪਣੇ ਵਰਕਮੇਟਸ ਨੂੰ ਮਿਲੇਗੀ। ਜ਼ਿੰਦਗੀ ਦੇ ਵਿੱਚ ਇਨਸਾਨ ਕੀ ਚੀਜ਼ਾਂ ਵੇਖਦਾ ਹੈ। ਅੱਜ ਤੋਂ ਤਕਰੀਬਨ 8 ਸਾਲ ਸ਼ਾਦੀ ਨੂੰ ਹੋ ਗਏ ਨੇ। ਸ਼ਾਦੀ ਤੋਂ 2 ਸਾਲ ਪਹਿਲੇ ਅਸੀਂ ਮਿਲੇ ਸਾਂ
10 ਸਾਲ ਪਿੱਛੇ ਮੈਂ ਜਦੋਂ ਮੈਨੂੰ ਪਤਾ ਵੀ ਨਹੀਂ ਸੀ ਮੈਂ ਜਾਪਾਨ ਜਾਵਾਂਗਾ ਤੇ ਮੈਂ ਵੇਖਦਾ ਸਾਂ ਇਹ ਮੈਨੂੰ ਕੈਮਰੇ 'ਚ ਵਿਖਾਉਂਦੀ ਹੁੰਦੀ ਸੀ ਇਹ ਬਾਹਰ ਬਰਫ਼, ਇੱਥੇ ਬਰਫ਼ ਬਹੁਤ ਪੈਂਦੀ ਹੈ ਨਾ ਤੇ ਬਾਹਰ ਬਰਫ਼ ਪੈ ਰਹੀ ਹੈ ਔਰ ਘਰ ਜਾਂਦੀ ਸੀ ਸਾਈਕਲ ਦੇ ਉੱਤੇ ਵੀਡੀਓ ਕਾਲ 'ਚ ਦਿਖਾਉਂਦੀ ਸੀ ਥੋੜ੍ਹਾ ਥੋੜ੍ਹਾ ਖਿਆਲਾਂ ਦੇ ਵਿੱਚ ਉਸ ਜਗ੍ਹਾ 'ਤੇ ਹੁੰਦਾ ਸਾਂ ਕਦੀ ਕਦੀ ਮੈਂ ਵੀ ਇੱਥੇ ਜਾਵਾਂਗਾ, ਕਦੀ ਮੈਂ ਵੀ ਜਾਪਾਨ ਜਾਵਾਂਗਾ। ਮੈਂ ਤਾਂ ਅੱਧਾ ਜਾਪਾਨ ਜਿਹੜਾ ਉਹ ਮੈਪ ਦੇ ਉੱਤੇ ਹੀ ਫਿਰ ਛੱਡਿਆ ਸੀ, ਮਤਲਬ ਗੂਗਲ ਮੈਪ ਦੇ ਉੱਤੇ ਨਾ ਸਟਰੀਟ ਵਿਊ ਉਦੋਂ ਨਵੀਂ ਨਵੀਂ ਆਈ ਸੀ, ਇੰਨੇ ਲੋਕ ਯੂਜ਼ ਨਹੀਂ ਸੀ ਕਰਦੇ। ਜਾਪਾਨ ਉਹਨਾਂ ਚੰਦ ਪਹਿਲਿਆਂ ਮੁਲਕਾਂ 'ਚ ਸੀ ਜਿਨ੍ਹਾਂ ਨੇ ਸਟਰੀਟ ਵਿਊ ਜਿਹੜਾ ਉਹ ਗੂਗਲ 'ਚ ਪਾਇਆ ਸੀ ਨਾ, ਯਾਨੀ ਕਿ ਜਿਹੜੀ ਤੁਹਾਨੂੰ ਪੂਰੇ ਗਲੀਆਂ ਨਜ਼ਰ ਆਉਂਦੀਆਂ। ਅਤੇ ਮੈਂ ਅੱਧਾ ਜਾਪਾਨ ਜਿਹੜਾ ਨਾ ਉਹ ਸਟਰੀਟ ਵਿਊ ਹੀ ਦੇ ਵਿੱਚ ਹੀ ਵੇਖ ਛੱਡਿਆ ਸੀ, ਇੰਨਾ ਮੈਂ ਜਨੂੰਨੀ ਸਾਂ ਜਾਪਾਨ ਜਾਣ ਦੇ ਬਾਰੇ 'ਚ। ਉਹ ਜਿਹੜੀ ਔਰਤ ਅੰਗੇ ਅੰਦਰ ਖਲੋਤੀ ਹੈ ਨਾ ਨੀਲੀ ਵਰਦੀ ਵਾਲੀ, ਸਾਡਾ ਪਲਾਨ ਸੀ ਕਿ ਅਸੀਂ ਕੱਲ੍ਹ ਮਿਲਣਾ ਸੀ ਨਾ ਇਹ ਅਤੇ ਨਾਲ ਇੱਕ ਹੋਰ ਵਰਕਮੇਟ ਹੈ, ਅਤੇ ਉਹ ਬੜੀ ਸਰਪ੍ਰਾਈਜ਼ ਹੋ ਗਈ ਕਿ ਉਹ ਸਮਝਿਆ ਕਿ ਅਸੀਂ ਗਲਤੀ ਕਰਕੇ ਅੱਜ ਆ ਗਏ ਹਾਂ। ਅਸੀਂ ਕਿ ਅਸੀਂ ਕੱਲ੍ਹ ਦੁਬਾਰਾ ਮਿਲਾਂਗੇ, ਤੂੰ ਆਪਣੀ ਜੋਬ ਕਰ, ਜੋਬ 'ਤੇ ਡਿਸਟਰਬ ਨਹੀਂ ਕਰਦੇ। ਪਹਿਲਾਂ ਕੋਈ ਫਾਲਤੂ ਗੱਲ ਨਹੀਂ ਕੀਤੀ, ਆਪਣੀਆਂ ਚੀਜ਼ਾਂ ਲਈਆਂ ਨੇ, ਇੱਕ ਬਿੱਲ ਪੇ ਕਰਨਾ ਸੀ ਉਹ ਬਿੱਲ ਪੇ ਕੀਤਾ। ਇਹ ਇੱਥੇ ਨਾ ਇਹ ਅਸੀਂ ਖਰੀਦਣ ਆਏ ਹਾਂ ਯਾਕੀਮੋ। 私、プリン。こんにちは。お芋。焼き芋です。焼き芋あるの？あります。これがねっとりしてる甘いやつ。こっちがホクホク、栗みたいなやつ。ああ、ねっとりしたやつ。昨日と一緒、しっとりしてるやつ。柔らかいなつ。いつも言うのかな。紅はるかのお芋一つと、三つ芋グリル。あ、ਤੋਲ ਕੇ ਦਿੰਦੇ ਨੇ ਵੀ। 500円と400円になるんですけど。500円。 500円。 500円。 Okay. はい。大きさで変わる。ਪਾਕਿਸਤਾਨ 'ਚ ਰੇਹੜੀਆਂ ਵਾਲਾ ਵੀ ਤੋਲ ਕੇ ਦਿੰਦਾ ਹੈ ਨਾ, ਇਹ ਵੀ ਤੋਲ ਕੇ ਦਿੰਦੇ ਨੇ। 焼いてくれる。 ਬੇਗਮ ਨੇ ਇਹ ਆਰਡਰ ਕੀਤਾ ਹੈ, ਇਹਨੂੰ ਉਹ ਗਰਮ ਕਰਕੇ ਉੱਤੇ ਉੱਤੇ ਯਾਨੀ ਕਿ ਅੱਛੀ ਤਰ੍ਹਾਂ ਗਰਮ ਕਰਕੇ ਦੇਣਗੇ, ਕੁਝ ਲਾਣਗੇ ਪਤਾ ਨਹੀਂ। ਉਹ ਇਹ ਅੱਗ ਦੇ ਨਾਲ ਕੋ ਗਰਮ ਕਰ ਰਹੇ ਨੇ ਸ਼ਕਰਕੰਦੀ ਨੂੰ। ਚੈੱਕ ਕਰੋ ਨਵੀਆਂ ਨਵੀਆਂ ਡਿਸ਼ਾਂ।ありがとうございます。どうもありがとうございます。美味しそうなの。ਜੀ ਇਹ ਵੇ ਯਾਕੀ ਇਮੋ, ਸ਼ਕਰਕੰਦੀ ਜਿਹੜੀ ਗਰਮ ਕਰਕੇ ਦਿੰਦੇ ਨੇ ਤਾਜ਼ੀ ਤਾਜ਼ੀ। ਇਹ ਹੁਣ ਖਾ ਕੇ ਚੈੱਕ ਕਰਨੇ ਆ।ちょっと食べてみたいね。ਆ ਹੁਣ ਮੇਰਾ ਦਿਲ ਸੀ ਗੱਡੀ 'ਚ ਬੈਗ ਖਾਣ ਦਾ, ਲੇਕਿਨ ਆਈਡੀਆ ਆਇਆ ਕਿ ਹੁਣ ਅਸੀਂ ਸਾਸੂ ਮਾਲ ਚੱਲੇ ਹਾਂ ਅਤੇ ਸਾਸੂ ਮਾਲ ਜਾ ਕੇ ਖਾਂਦੇ ਹਾਂ। ਉਹ ਨਹੀਂ ਖਾਂਦੇ ਇਹਨਾਂ ਚੀਜ਼ਾਂ ਨੂੰ, ਉਹਨਾਂ ਨੂੰ ਭੁੱਖ ਹੀ ਨਹੀਂ ਲੱਗਦੀ। ਹੁਣ ਮੈਂ ਹੀ ਖਾਣੀ ਹੈ, ਲੇਕਿਨ ਉੱਥੇ ਘਰ ਬਹਿ ਕੇ ਆਰਾਮ ਨਾਲ ਪਲੇਟ 'ਚ ਕੱਟ ਕੇ ਖਾਂਦੇ ਹਾਂ, ਤੁਹਾਡੇ ਨਾਲ ਰਲ ਕੇ ਖਾਂਦੇ ਹਾਂ। ਤੁਹਾਨੂੰ ਹੋਰ ਕੋਈ ਟੈਨਸ਼ਨ ਨਾ ਹੋਵੇ ਅਤੇ ਸਵੀਟਸ ਤੁਹਾਡੀ ਪਸੰਦ ਦੀ ਤੁਹਾਨੂੰ ਲੱਭ ਜੇ ਅਤੇ ਤੁਸੀਂ ਖੁਸ਼ ਹੋ ਜਾਂਦੇ ਹੋ, ਤੁਹਾਡਾ ਦਿਨ ਬਣ ਜਾਂਦਾ। ਕੀ ਖਿਆਲ ਹੈ, ਤੁਹਾਨੂੰ ਕੀ ਪਸੰਦ ਹੈ? ਵਟ ਡੂ ਯੂ ਲਾਈਕ? ਕਮੈਂਟ 'ਚ ਦੱਸਣਾ ਕਿ ਤੁਹਾਨੂੰ ਸਵੀਟ ਦੇ ਵਿੱਚ ਕੀ ਪਸੰਦ ਹੈ। ਜਾਪਾਨ ਦੇ ਵਿੱਚ ਤੇ ਭਰਮਾਰ ਹੈ, ਲਾਈਕ ਦੇਰ ਆਰ ਮਿਲੀਅਨਸ ਆਫ ਸਵੀਟਸ ਇਨ ਜਾਪਾਨ, ਮਿਲੀਅਨਸ। ਮਤਲਬ ਸਿਰਫ ਇਸ ਜਗ੍ਹਾ 'ਤੇ ਐਪਲ ਮਸ਼ਹੂਰ ਹੈ ਅਤੇ ਐਪਲ ਦੇ ਸਿਰਫ ਇੱਥੇ ਹੀ ਮੈਨੂੰ ਲੱਗਦਾ ਕਿ ਕਿੰਨੇ ਹਜ਼ਾਰ ਫਲੇਵਰ ਹੋਣਗੇ। ਇਸੇ ਹਰ ਸ਼ਹਿਰ 'ਚ ਹਰ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਮਤਲਬ ਹੈ ਕਿ ਫਲੇਵਰ ਨੇ ਹਰ ਚੀਜ਼ ਦੇ। अस्सलाम वालेकुम। ਮੇਰੀ ਸ਼ਾਇਦ ਇਹਦੇ ਮੈਨੂੰ ਲਿਆ ਬਈ, ਇਹ ਹੁਣ ਤੁਹਾਨੂੰ ਵਿਖਾਈਏ ਕੀ ਹੁੰਦੀ ਹੈ, ਇਹ ਕਿਸ ਤਰ੍ਹਾਂ ਹੁੰਦੀ ਹੈ। ਇਹ ਵੇਖੋ, ਇਹ ਦੇਖੋ, ਇਹਦੇ ਵਿੱਚੋਂ ਸਹੀ ਇੰਜ ਮਿੱਠਾ ਜੂਸ ਨਿਕਲ ਰਿਹਾ। ਇਹ ਉਹ ਕਾਸਾ ਮਾ ਕੋਰੇ ਦਾ ਬਰੂ। ਓਕੇ ਓਕੇ, ਮੈਂ ਸਮਝਿਆ ਕਿ ਇਹ ਅੱਧੀ ਮੈਂ ਜਿਹੜੀ ਹੈ ਸੱਸ ਮਾਂ ਨੂੰ ਦੇਣੀ ਹੈ, ਲੇਕਿਨ ਉਹ ਅੱਧੀ ਜਿਹੜੀ ਉਹਨਾਂ ਨੇ ਆਪਣੀ ਧੀ ਕੋਲੋਂ ਲਈ ਹੈ ਉਹ ਥੋੜ੍ਹੇ ਜਿਹੇ ਹੋਰ ਤਰੀਕੇ ਨਾਲ ਬਣੀ ਹੋਈ ਹੈ। ਦੋ ਦਿਸ ਕਾ私乗ったこれだったਉਹ ਉਹ ਜੀ ਨੇ। ਮੈਂ ਤੁਹਾਨੂੰ ਖਾਣਾ, ਇਹ ਜਿਹੜੀ ਬੇਗਮ ਨੇ ਲਈ ਹੈ ਨਾ, ਇਹਦੇ ਉੱਤੇ ਇਹ ਚੀਜ਼ ਜਿਹੜੀ ਨਾ ਉਹਨਾਂ ਨੇ ਉਹ ਕੈਰੇਮਲ ਸੁੱਟ ਕੇ ਤੇ ਇਹਨੂੰ ਗਰਮ ਕੀਤਾ, ਇਹ ਹਾਰਡ ਹੋ ਗਈ ਲਾਈਕ ਕੈਂਡੀ। ਔਰ ਇਹ ਠੰਡੀ ਠੰਡੀ, ਇਹ ਲਾਈਕ ਸਵੀਟ, ਡਿਫਰੈਂਟ ਸਵੀਟ। ਅਤੇ ਇਹ ਜਿਹੜੀ ਮੇਰੇ ਕੋਲ ਹੈ ਇਹ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਰੇਹੜੀਆਂ ਦੇ ਉੱਤੋਂ ਮਿਲਦੀ ਹੈ ਨਾ। ਮੈਂ ਥੋੜ੍ਹੀ ਜਿਹੀ ਟਰਾਈ ਕਰਾਂਗਾ ਇਹਨੂੰ, ਫਿਰ ਵੇਖਦੇ ਹਾਂ। ਇਹਨੂੰ ਇੱਥੇ ਰੱਖ ਦੇਈਏ।
ਉਹ ਰੇੜੀਆਂ ਦੇ ਵਿੱਚ ਜਿਹੜੇ ਚਾਚੇ ਹੁੰਦੇ ਨੇ ਇੰਝ ਕਰਕੇ ਕੱਟ ਲਾਉਂਦੇ ਨੇ ਹਲਕਾ ਜਿਹਾ ਤੇ ਇੰਝ ਛਿਲ ਕੇ ਓਹ ਮਾਈ ਗॉड ਵਾਓ ਬਹੁਤ ਜ਼ਿਆਦਾ ਟੇਸਟੀ ਬਹੁਤ ਮਿੱਠੀ ਆਈ ਵਿਸ਼ ਕਿ ਤੁਸੀਂ ਯਾਕੀ ਇਮੋ ਖਾਓ ਜਾਪਾਨ ਦੇ ਵਿੱਚ ਇਹ ਜਿਹੜਾ ਬੰਦਾ ਮੇਰੀ ਵੀਡੀਓ ਵੇਖਦਾ ਪਿਆ ਜਾਪਾਨ 'ਚ ਅਗਰ ਕਦੀ ਆਵੇ ਤੇ ਇਸ ਚੀਜ਼ ਦਾ ਨਾਂ ਹੈ ਯਾਕੀ ਇਮੋ ਠੀਕ ਹੈ ਸਵੀਟ ਪੋਟੈਟੋ ਯਾਕੀ ਇਮੋ ਇਹ ਲਾਜ਼ਮੀ ਟਰਾਈ ਕਰਨਾ ਤੁਹਾਡੇ ਤਵਕ ਰੋਸ਼ਨ ਹੋ ਜਾਣਗੇ ਮੈਂ ਐਵੇਂ ਕੋਈ ਚੀਜ਼ ਰਿਕਮੈਂਡ ਨਹੀਂ ਕਰਦਾ ਓਹ ਹੋ ਬਿਸਮਿਲ੍ਲਾਹ ਰਹਿਮਾਨ ਓਹ ਕੋਈ ਮਸਾਲਾ ਕੋਈ ਨਮਕ ਕੋਈ ਸ਼ੈ ਦੀ ਲੋੜ ਨਹੀਂ ਕੋਈ ਚਟਨੀ ਇਹਦੇ ਅੰਦਰ ਇੰਨੀ ਮਿਠਾਸ ਹੈ ਇੰਨੀ ਮਿੱਠੀ ਔਰ ਇੰਨੀ ਹੈਵੀ ਹੁੰਦੀ ਹੈ ਕਿ ਤੁਸੀਂ ਅੱਧੀ ਖਾ ਲਓ ਤੇ ਤੁਸੀਂ ਰੱਜ ਜਾਂਦੇ ਹੋ ਤੁਹਾਡਾ ਪੇਟ ਭਰ ਜਾਂਦਾ ਹੈ ਮੈਂ ਛੁਰੀ ਨਾਲ ਹੀ ਖਾ ਰਿਹਾ ਇਹਦੀ ਕੀਮਤ ਪਾਕਿਸਤਾਨੀ ਤਕਰੀਬਨ 1000 ਰੁਪਇਆ ਲੇਕਿਨ ਵਰਥ ਹੈ 500 ਦੀ ਖਾ ਲਈਏ 500 ਦੀ ਰੱਖ ਦਿੰਦੇ ਹਾਂ ਫਿਰ ਖਾਵਾਂਗੇ ਇਹ ਵੇਖੋ ਪੂਰੀ ਦੀ ਪੂਰੀ ਛਿੱਲ ਇਸ ਤਰ੍ਹਾਂ ਨਾ ਅਲੱਗ ਹੋ ਜਾਂਦੀ ਹੈ ਪੂਰਾ ਇੰਨੀ ਸਖਤ ਹੁੰਦੀ ਹੈ ਜਦੋਂ ਇਹ ਪੱਕਣ ਤੋਂ ਪਹਿਲੇ ਜਿਵੇਂ ਲੋਹਾ ਹੁੰਦਾ ਹੈ ਇਹ ਪੂਰੇ ਲੋਹਾ ਤੇ ਬੋਇਲ ਨਹੀਂ ਬੋਇਲ ਜਾਂ ਨਹੀਂ ਬੋਲੇ ਗ੍ਰਿਲ これは石だよな。石の熱い石の中に大体 ਹਾਂ 置いて、 ਇਹਦੇ ਬਣਾਉਣ ਦਾ ਤਰੀਕਾ ਪੁੱਛ ਰਿਹਾ ਬੇਗਮ ਕੋਲੋਂ めっちゃ熱い石で ボイルするみたいな。 ਬਹੁਤ ਜ਼ਿਆਦਾ ਗਰਮ ਪੱਥਰਾਂ ਦੇ ਵਿੱਚ ਇਹਨੂੰ ਰੱਖਿਆ ਜਾਂਦਾ ਬਹੁਤ ਜ਼ਿਆਦਾ ਗਰਮ ਉਹਨਾਂ ਪੱਥਰਾਂ ਦੇ ਵਿੱਚ ਪੱਕਦੀ ਹੈ ਹੁਣ ਕਈ ਬੰਦੇ ਪੁੱਛਣਗੇ ਸਾਸੂ ਮਾਂ ਕਿੱਧਰ ਨੇ ਸਾਸੂ ਮਾਂ ਟੀਵੀ ਵੇਖਦੇ ਪਏ ਨੇ ਉਹਨਾਂ ਨੇ ਅਜੇ ਨਹੀਂ ਖਾਣੀ ਉਹਨਾਂ ਨੇ ਕਿਹਾ ਮੈਂ ਰਾਤ ਨੂੰ ਖਾਵਾਂਗੀ ਅਸੀਂ ਕਿਹਾ ਠੀਕ ਹੈ ਤੁਸੀਂ ਖਾਓ ਹੂੰ 大きいね。 ਹੂੰ 大きい。一個が。 ਇੱਕ ਬੰਦੇ ਵਾਸਤੇ ਬਹੁਤ ਜ਼ਿਆਦਾ ਹੈ ਦੋ ਬੰਦਿਆਂ ਵਾਸਤੇ ਨਸ਼ਾ ਸਿਰਫ ਨਸ਼ਾ ਵਾਲੀ ਚੀਜ਼ਾਂ ਦਾ ਨਹੀਂ ਹੁੰਦਾ ਇਹੋ ਜਿਹੀਆਂ ਚੀਜ਼ਾਂ ਵੀ ਨਸ਼ਾ ਹੋ ਜਾਂਦਾ ਹੈ ਮੈਨੂੰ ਨਸ਼ਾ ਹੋ ਗਿਆ ਮੈਂ ਕਹਿੰਦਾ ਪਰੇ ਪਰੇ ਹੋ ਜਾ ਮੈਨੂੰ ਸੌਣ ਦਿਓ ਇੰਨਾ ਮਜ਼ਾ ਆ ਰਿਹਾ ਅੱਜ ਵੀ ਸਾਰਾ ਦਿਨ ਅਸੀਂ ਫਿਰਦੇ ਰਹੇ ਹਾਂ ਬੜੀਆਂ ਖੂਬਸੂਰਤ ਜਗ੍ਹਾ ਵੇਖੀਆਂ ਨੇ ਕੁਝ ਜਗ੍ਹਾ ਦੀਆਂ ਵੀਡੀਓਜ਼ ਬਣਾਈਆਂ ਨੇ ਕੁਝ ਜਗ੍ਹਾ ਦੀਆਂ ਨਹੀਂ ਬਣਾਈਆਂ ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਤੁਹਾਨੂੰ ਦੱਸਦਾ ਕਿ ਮੈਂ ਹਰ ਵਕਤ ਕੈਮਰਾ ਮੇਰੇ ਹੱਥ 'ਚ ਨਹੀਂ ਹੁੰਦਾ ਔਰ ਹਰ ਵਕਤ ਮੈਂ ਕੈਮਰੇ ਦੀ ਟੂਚ ਨਹੀਂ ਵੜਿਆ ਰਹਿੰਦਾ ਮੈਂ ਆਪਣੀ ਜ਼ਿੰਦਗੀ ਅਲੱਗਾ ਤੋਂ ਵੀ ਥੋੜ੍ਹਾ ਜਿਹਾ ਰੱਖਣਾ ਵਾ ਬਲਕਿ ਉਹ ਜ਼ਿਆਦਾ ਹੈ ਮੇਰੀ ਜ਼ਿੰਦਗੀ ਇਹ ਜ਼ਿੰਦਗੀ ਥੋੜ੍ਹੀ ਜਿਹੀ ਹੈ ਲੇਕਿਨ ਮੈਂ ਉਮੀਦ ਕਰਨਾ ਜਿਹੜੀ ਥੋੜ੍ਹੀ ਜਿਹੀ ਜ਼ਿੰਦਗੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਸੀਂ ਇਹਨੂੰ ਪਸੰਦ ਕਰ ਰਹੇ ਹੋਵੋਗੇ ਕਿਉਂਕਿ ਇਸ ਤੋਂ ਜ਼ਿਆਦਾ ਅਗਰ ਮੈਨੂੰ ਕੋਈ ਮਜਬੂਰ ਕਰੇਗਾ ਜਾਂ ਮੈਂ ਅਗਰ ਕਰਨ ਦੀ ਕੋਸ਼ਿਸ਼ ਕਰਾਂਗਾ ਇਹ ਵੀ ਮੈਨੂੰ ਲੱਗਦਾ ਤੇ ਫਿਰ ਮੈਂ ਡਿਸਟਰਬ ਹੋਵਾਂਗਾ ਫਿਰ ਹੋ ਸਕਦਾ ਕਿ ਮੈਂ ਆਪਣੇ ਆਪ ਨੂੰ ਮੈਨੂੰ ਰੋਕਣਾ ਪਵੇ ਲੈਟਸ ਸੀ ਵੇਖਦੇ ਹਾਂ ਕਿੱਥੋਂ ਤੱਕ ਸਾਡਾ ਸਫ਼ਰ ਇਹ ਚੱਲਦਾ ਕਿਉਂਕਿ ਮੇਰੇ ਹਰ ਚੀਜ਼ ਇਮੋਸ਼ਨਸ ਸ਼ਾਮਲ ਹੁੰਦੇ ਨੇ ਮੈਂ ਕੋਈ ਗੱਲ ਕਰਨਾ ਉਹਦੇ ਵਿੱਚ ਕੋਈ ਨਾ ਕੋਈ ਮਤਲਬ ਹੁੰਦਾ ਹੈ ਔਰ ਇਮੋਸ਼ਨਸ ਹੁੰਦੇ ਨੇ ਅਤੇ ਫਿਰ ਜਦੋਂ ਇਮੋਸ਼ਨ ਮੇਰੇ ਡਿਸਟਰਬ ਹੁੰਦੇ ਨੇ ਅਤੇ ਫਿਰ ਮੈਂ ਮੈਂਟਲੀ ਡਿਸਟਰਬ ਹੋਣਾ ਫਿਜ਼ੀਕਲੀ ਡਿਸਟਰਬ ਹੋਣਾ ਇਸ ਵਜ੍ਹਾ ਤੋਂ ਮੈਨੂੰ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਸੋਸ਼ਲ ਮੀਡੀਆ 'ਤੇ ਅਗਰ ਤੁਹਾਨੂੰ 1000 ਬੰਦਾ ਵੇਖਦਾ ਅਤੇ ਕੋਈ 5-10 ਬੰਦੇ ਹੀ ਤੁਹਾਨੂੰ ਸਹੀ ਮਾਇਨੇ 'ਚ ਲਾਈਕ ਕਰਦੇ ਨੇ ਔਰ ਤੁਹਾਡੀ ਸਪੇਸ ਨੂੰ ਸਮਝਦੇ ਨੇ ਕਿ ਯਾਰ ਇਹ ਬੰਦਾ ਕਿੱਥੋਂ ਗੱਲ ਕਰ ਰਿਹਾ ਤਾਂ ਕੀ ਮਤਲਬ ਹੈ ਅਤੇ ਮੈਨੂੰ ਉਹ ਬੰਦੇ ਬਹੁਤ ਅਜ਼ੀਜ਼ ਨੇ ਉਹਨਾਂ ਬੰਦਿਆਂ ਵਾਸਤੇ ਮੈਂ ਕੰਟੀਨਿਊ ਕਰ ਪਾਉਂਦਾ ਅੱਗੋਂ ਅਦਰਵਾਈਜ਼ ਸੋਸ਼ਲ ਮੀਡੀਆ ਜਿਹੜਾ ਅੱਜ ਦੇ ਦੌਰ 'ਚ ਬਹੁਤ ਜ਼ਿਆਦਾ ਨੈਗੇਟਿਵ ਯੂਜ਼ ਹੁੰਦਾ ਹਰ ਬੰਦੇ ਦੀ ਜ਼ਿੰਦਗੀ 'ਤੇ ਨੈਗੇਟਿਵ ਰੋਲ ਅਦਾ ਕਰ ਰਿਹਾ ਸੋਸ਼ਲ ਮੀਡੀਆ ਔਰ ਸਭ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਹੋਏਗਾ ਨਾ ਜਿਹੜੇ ਬੰਦੇ ਪੈਸਾ ਕਮਾ ਰਹੇ ਨੇ ਔਰ ਉਹ ਬੜੇ ਫਾਇਦੇ 'ਚ ਨੇ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਸਭ ਤੋਂ ਜ਼ਿਆਦਾ ਪੈਸਾ ਕਮਾ ਰਹੇ ਨੇ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਨਾ ਉਹ ਬੰਦੇ ਸਭ ਤੋਂ ਜ਼ਿਆਦਾ ਖਸਾਰੇ ਦੇ ਵਿੱਚ ਨੇ ਹਾਲੇ ਉਹਨਾਂ ਨੂੰ ਲੱਗ ਰਿਹਾ ਹੈ ਬੜੇ ਮਜ਼ੇ ਆ ਰਹੇ ਨੇ ਉਹ ਲੇਕਿਨ ਮੇਰੀ ਜ਼ਿੰਦਗੀ 'ਚ ਇੰਨੀ ਕੁ ਬੇਚੈਨੀ ਔਰ ਇੰਨਾ ਕੁ ਬੇਸਕੂਨ ਨਹੀਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਐਜ਼ ਅ ਕੰਟੈਂਟ ਕ੍ਰੀਏਟਰ ਜਿਸ ਹੱਦ ਤੱਕ ਮੈਂ ਜਾਣ ਪਾਇਆ ਵਾਂ ਜਿਸ ਹੱਦ ਤੱਕ ਮਹਿਸੂਸ ਕਰ ਪਾਇਆ ਵਾਂ ਮੈਨੂੰ ਇਹੀ ਲੱਗਦਾ ਕਿ ਜਿੰਨੇ ਵੀ ਸੋਸ਼ਲ ਕ੍ਰੀਏਟਰਸ ਨੇ ਉਹਨਾਂ ਦੇ ਸ਼ਾਇਦ 1 ਜਾਂ 2% ਲੋਕ ਹੋਣਗੇ ਜਿਹੜੇ ਕਿ ਸਹੀ ਮਾਇਨਿਆਂ ਦੇ ਵਿੱਚ ਉਸ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਹੋਣਗੇ ਅਦਰਵਾਈਜ਼ ਇੱਕ ਅਜੀਬ ਜਿਹਾ ਪ੍ਰੈਸ਼ਰ ਇੱਕ ਅਜੀਬ ਜਿਹਾ ਬਰਡਨ ਹੈ ਮੈਂ ਖੁਦ ਇਸ ਚੀਜ਼ ਦਾ ਸ਼ਿਕਾਰ ਰਹਿੰਦਾ ਹਾਲਾਂਕਿ ਮੈਂ ਬਹੁਤ ਜ਼ਿਆਦਾ ਇਹਤਿਆਤ ਕਰਨਾ ਕੋਸ਼ਿਸ਼ ਕਰਨਾ ਲੇਕਿਨ ਉਹਦੇ ਬਾਵਜੂਦ ਮੈਂ ਇਸ ਚੀਜ਼ ਤੋਂ ਬਚ ਨਹੀਂ ਪਾਉਂਦਾ ਜੈਸੇ ਕਿ ਨਵੀਂ ਵੀਡੀਓਜ਼ ਬਣਾਉਣ ਦਾ ਪ੍ਰੈਸ਼ਰ
ਕੋਈ ਵੀਡੀਓ ਦੇ ਉੱਤੇ ਕੋਈ ਹੇਟ ਮਿਲ ਰਿਹਾ ਉਹਦਾ ਪ੍ਰੈਸ਼ਰ, ਕੋਈ ਲੋਕ ਚਾਹ ਰਹੇ ਨੇ ਕਿ ਇਸ ਮੌਜੂ 'ਤੇ ਵੀਡੀਓ ਬਣਾਓ ਉਹਦਾ ਪ੍ਰੈਸ਼ਰ, ਕੋਈ ਗੱਲ ਗਲਤ ਹੋ ਗਈ ਵੀਡੀਓ 'ਚ ਉਹਦਾ ਪ੍ਰੈਸ਼ਰ, ਕੋਈ ਬੰਦਾ ਤੁਹਾਡੇ ਸਾਹਮਣੇ ਲਾਈਵ ਆ ਗਿਆ ਉਹਨੂੰ ਕੋਈ ਮਸਲਾ ਤੁਹਾਡੀ ਵੀਡੀਓ ਤੋਂ, ਉਹਨੇ ਤੁਹਾਨੂੰ ਬੁਰਾ ਭਲਾ ਕਹਿ ਦਿੱਤਾ ਉਹਦਾ ਪ੍ਰੈਸ਼ਰ। ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦੇ ਨੇ। ਇਸ ਵਜ੍ਹਾ ਤੋਂ ਮੈਂ ਬਹੁਤ ਇਹਤਿਆਤ ਨਾਲ ਚੱਲਣ ਦੀ ਕੋਸ਼ਿਸ਼ ਕਰ ਰਿਹਾ ਔਰ ਇਸੇ ਵਜ੍ਹਾ ਤੋਂ ਮੈਂ ਇਹਨੂੰ ਹਮੇਸ਼ਾ ਸੈਕਿੰਡ ਪ੍ਰਾਇਓਰਟੀ 'ਤੇ ਰੱਖਿਆ। ਮੈਂ ਜੋ ਮਿਹਨਤ ਮਜ਼ਦੂਰੀ ਆਪਣੀ ਕਰਨਾ ਉਹਨੂੰ ਹਮੇਸ਼ਾ ਮੈਂ ਟੌਪ 'ਚ ਰੱਖਿਆ ਔਰ ਉਹਨੂੰ ਹੀ ਰਿਸਪੈਕਟ ਦਿੱਤੀ ਹੈ। ਜੋ ਮੈਂ ਕੰਮ ਕਰਨਾ ਤੁਹਾਡੇ ਸਾਹਮਣੇ ਆ, ਜੋ ਵੀ ਕਰਨਾ, ਔਰ ਮੈਂ ਸਮਝਦਾ ਕਿ ਮੈਂ ਉੱਥੋਂ ਹੀ ਆਪਣੀ ਰੋਜ਼ੀ ਰੋਟੀ ਕਮਾਉਣੀ। ਇੱਥੋਂ ਫਿਰ ਆਉਂਦੀ ਹੈ ਜ਼ਿਆਦਾ ਵੀ ਆਉਂਦੀ ਹੈ, ਲੇਕਿਨ ਮੈਂ ਜਿਹੜਾ ਕਿ ਉਹ ਚੀਜ਼ ਨਹੀਂ ਛੱਡਣੀ ਜਿਹੜੀ ਮੈਂ ਉਹ ਆਪਣੀ ਮੇਨ ਰੋਜ਼ੀ ਰੋਟੀ ਕਮਾਉਣਾ ਵਾ, ਭਾਵੇਂ ਥੋੜ੍ਹੀ ਜਿਹੀ ਜ਼ਿਆਦਾ। ਇਹ ਹਵਾਈ ਰੋਜ਼ੀ ਅੱਜ ਹੈ ਕੱਲ੍ਹ ਨਹੀਂ। ਜਿਹੜਾ ਤੁਹਾਡੇ ਹੱਥ 'ਚ ਹੁਨਰ ਹੈ, ਜਿਹੜਾ ਤੁਸੀਂ ਹੱਥ ਨਾਲ ਪੈਸਾ ਕਮਾਉਂਦੇ ਹੋ ਮਜ਼ਦੂਰੀ ਕਰਕੇ, ਉਹ ਤੁਹਾਡੇ ਕੋਲੋਂ ਕਦੀ ਕੋਈ ਖੋ ਨਹੀਂ ਸਕਦਾ, ਸਿਵਾਏ ਰੱਬ ਦੀ ਦਾਤ ਤੋਂ ਕਿ ਰੱਬ ਤੁਹਾਡੇ ਕੋਲੋਂ ਸਿਹਤ ਛੀਨ ਲਵੇ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਅਦਰਵਾਈਜ਼ ਜੇ ਰੱਬ ਨੇ ਤੁਹਾਨੂੰ ਸਿਹਤ ਦਿੱਤੀ ਤੇ ਤੁਸੀਂ ਦੁਨੀਆ ਦੇ ਕਿਹੜੇ ਮਰਜ਼ੀ ਕੋਨੇ 'ਤੇ ਜਾ ਕੇ ਆਪਣੀ ਰੋਜ਼ੀ ਤਾਂ ਕਮਾ ਹੀ ਲੈਂਦੇ ਹੋ। ਮੌਜੂ ਤਾਂ ਨਹੀਂ ਸੀ ਇਹਨਾਂ ਗੱਲਾਂ ਦਾ, ਲੇਕਿਨ ਬਸ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ। ਅੱਜ ਅਸੀਂ ਆਪਣੀ ਸਾਸੂ ਮਾਂ ਕੋਲ ਦੂਸਰੇ ਦਿਨ ਦੁਬਾਰਾ ਆਏ ਹਾਂ। ਅੱਜ ਇਹਨਾਂ ਨੂੰ ਲੈ ਕੇ ਜਾਣਾ ਹੈ, ਕੁਝ ਇਹਨਾਂ ਨੂੰ ਸ਼ੋਪਿੰਗ ਕਰਵਾਉਣੀ ਹੈ, ਕੁਝ ਇਹਨਾਂ ਨੂੰ ਸ਼ੂਜ਼ ਲੈ ਕੇ ਦੇਣੇ ਨੇ। ਅੱਗੇ ਮਦਰਸ ਡੇ ਆ ਰਿਹਾ ਨਾ, ਅਤੇ ਉਸ ਮਦਰਸ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਿਹਾ ਕਿ ਇਹਨਾਂ ਨੂੰ, ਕਿਉਂਕਿ ਨਾ ਅਸੀਂ ਉੱਥੋਂ ਚੀਜ਼ਾਂ ਭੇਜਾਂਗੇ, ਇਹਨਾਂ ਨੂੰ ਹੁਣ ਚੀਜ਼ਾਂ ਲੈ ਕੇ ਦੇ ਕੇ ਜਾਂਦੇ ਹਾਂ ਨਾ ਉਸ ਮਦਰਸ ਡੇ ਦੇ ਵਾਸਤੇ। ਔਰ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਸਾਲਾ ਸਾਹਿਬ ਨੇ ਉਹਨਾਂ ਨੇ ਆਉਣਾ, ਮੇਰੀ ਵਾਈਫ ਦਾ ਵੱਡਾ ਭਾਈ ਹੈ, ਇੱਥੇ ਮੁਲਾਕਾਤ ਹੋਏਗੀ। ਇਹ ਵੀਡੀਓ ਕਾਫੀ ਲੰਬੀ ਹੋ ਜਾਣੀ ਇਸ ਵਜ੍ਹਾ ਤੋਂ ਉਹ ਵੀਡੀਓ ਅਗਲੇ ਵਲੋਗ ਦੇ ਵਿੱਚ ਸ਼ਕਲ ਦੇ ਵਿੱਚ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਦੀ ਵੀਡੀਓ ਇੱਥੇ ਖ਼ਤਮ ਕਰਨੇ, ਇਖਤਤਾਮ ਕਰਨੇ ਆ। ਉਮੀਦ ਕਰਨਾ ਤੁਹਾਨੂੰ ਵੀਡੀਓ ਪਸੰਦ ਹੋਏਗੀ। ਆਪਣਾ ਖਿਆਲ ਰੱਖਣਾ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਹਕੀਕੀ ਖੁਸ਼ੀਆਂ ਅਤਾ ਕਰੇ। ਆਪਣੇ ਦਿਲ ਦੀ ਸੁਣੋ, ਆਪਣੇ ਦਿਲ ਦੀ ਮੰਨੋ ਔਰ ਆਪਣੇ ਅੱਲਾ ਨੂੰ ਜਵਾਬ ਦਿਓ ਤੁਸੀਂ, ਬਸ ਹੋਰ ਕਿਸੇ ਨੂੰ ਨਹੀਂ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।